ਪਰ ਸਰਵਣ ਕਰੀਏ। ਅੱਜ ਦੇ ਅਧਿਆਏ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਕਿ ਜਦੋਂ ਨਿੱਕੀ ਉਮਰੇ ਸੀ ਪਿਤਾ ਕਾਲੂ ਜੀ ਨੇ ਜੰਝੂ ਪਾਉਣ ਦੀ ਰਸਮ ਨੂੰ ਅਦਾ ਕਰਨਾ ਚਾਹਿਆ ਔਰ ਪੁੱਛਣ ਲੱਗੇ ਹੈ ਪੰਡਤ ਹਰਦਿਆਲ ਜੀ ਨੂੰ ਕਿ ਕਦੋਂ ਜਨੇਊ ਜੰਝੂ ਜਿਹੜਾ ਪਾਇਆ ਜਾਏ। ਤਾਂ ਫਿਰ ਕਹਿੰਦੇ ਪੰਡਤ ਹਰਦਿਆਲ ਜੀ ਨੇ ਸਮਾਂ ਦੱਸ ਦਿੱਤਾ, ਦਿਨ ਦੱਸ ਦਿੱਤਾ ਗਿਆ, ਸਮੱਗਰੀ ਦੱਸ ਦਿੱਤੀ ਗਈ ਕਿ ਇੱਦਾਂ ਦੀਆਂ ਵਸਤੂਆਂ ਮੰਗਾ ਲਓ। ਸਾਰਾ ਕੁਝ ਤਿਆਰ ਕੀਤਾ ਹੈ। ਆਸੇ ਪਾਸੇ ਪਿੰਡ ਨਗਰ ਦੇ ਸਾਰੇ ਬ੍ਰਾਹਮਣ ਜਿਹੜੇ ਪੁਜਾਰੀ ਸੀ ਸਾਰਿਆਂ ਨੂੰ ਇਕੱਠਾ ਕਰ ਲਿਆ, ਰਿਸ਼ਤੇਦਾਰਾਂ ਨੂੰ ਬੁਲਾਇਆ, ਇੱਕ ਚੌਂਕਾ ਤਿਆਰ ਕਰ ਲਿਆ ਗਿਆ। ਚੌਂਕੇ ਦੇ ਉੱਪਰ ਬਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਿਠਾਇਆ ਗਿਆ। ਜਦੋਂ ਪੰਡਤ ਹਰਦਿਆਲ ਜੀ ਜਨੇਊ ਪਾਉਣ ਬਾਰੇ ਸ਼ੁਰੂ ਕਰਨ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਕੀ ਹੈ? ਕਹਿੰਦੇ ਜਨੇਊ। ਕਹਿੰਦੇ ਦੱਸੋ ਇਹ ਕਾਹਦੇ ਵਾਸਤੇ ਹੈ? ਉਹ ਆਪਣੇ ਮੁਤਾਬਕ ਦੱਸਣ ਲੱਗੇ ਵੀ ਜਦੋਂ ਕੋਈ ਖੱਤਰੀ ਧਰਮ ਦੇ ਵਿੱਚ ਸ਼ਾਮਲ ਹੁੰਦਾ ਹੈ, ਬ੍ਰਾਹਮਣ ਖੱਤਰੀ ਜਿਹੜੇ ਨੇ ਉਹਨਾਂ ਨੂੰ ਧਰਮੀ ਹੀ ਉਦੋਂ ਮੰਨਿਆ ਜਾਂਦਾ ਹੈ ਜਦੋਂ ਉਹ ਜਨੇਊ ਪਹਿਨ ਲੈਂਦੇ ਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਦੱਸੋ ਵੀ ਇਹ ਜਨੇਊ ਜੰਝੂ ਦੇ ਪਾਉਣ ਦਾ ਮੈਨੂੰ ਲਾਭ ਕੀ ਹੈ ਜੇ ਮੈਂ ਪਾ ਲਿਆ? ਜੇ ਮੈਂ ਨਾ ਪਾਇਆ ਤਾਂ ਮੈਨੂੰ ਦੱਸੋ ਮੈਨੂੰ ਨੁਕਸਾਨ ਕੀ ਹੋ ਜਾਏਗਾ? ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਦਾਂ ਦੇ ਬਚਨ ਕਰਨ ਲੱਗੇ, ਉਹ ਕਹਿਣ ਲੱਗੇ ਵੀ ਇਹ ਪਹਿਲਾਂ ਤੋਂ ਆਪਣੇ ਰੀਤੀਆਂ ਚੱਲਦੀਆਂ ਪਈਆਂ। ਇਸ ਧਰਮ ਵਿੱਚ ਜਿਹੜਾ ਸ਼ਾਮਲ ਹੋਣ ਵਾਸਤੇ ਬੰਦੇ ਨੂੰ ਧਰਮੀ ਹੀ ਉਦੋਂ ਮੰਨਿਆ ਜਾਂਦਾ ਜਦੋਂ ਜਨੇਊ ਪਹਿਨ ਲਵੇ। ਸੱਚੇ ਪਾਤਸ਼ਾਹ ਕਹਿੰਦੇ ਅੱਛਾ ਫਿਰ ਬੰਦਾ ਕੋਈ ਇਹ ਜਨੇਊ ਪਹਿਨ ਲਵੇ, ਠੱਗੀਆਂ ਚੋਰੀਆਂ ਧੋਖਾ ਬੇਈਮਾਨੀਆਂ ਕਰੀ ਜਾਏ ਤੇ ਕਹਿਣ ਲੱਗੇ ਕੀ ਬੰਦਾ ਫਿਰ ਉਹਦਾ ਧਰਮ ਰਹਿ ਸਕਦਾ? ਠੱਗੀਆਂ ਚੋਰੀਆਂ ਧੋਖਾ ਕਰਨ ਵਾਲਾ ਬੰਦਾ ਜਿਹੜਾ ਹੈ ਤੇ ਉੱਤਰੋਂ ਜਨੇਊ ਪਹਿਨੇ ਤੇ ਜੰਝੂ ਪਾ ਲਵੇ ਤੇ ਉਹਨੂੰ ਆਪਾਂ ਕਹੀਏ ਵੀ ਨਹੀਂ ਧਰਮੀ ਬੰਦਾ ਹੈ, ਚਾਹੇ ਪਾਪ ਕਰਦਾ ਫਿਰ ਵੀ ਧਰਮੀ ਹੈ, ਕੀ ਧਰਮੀ ਮੰਨੋਗੇ? ਫਿਰ ਪੰਡਤ ਹਰਦਿਆਲ ਜੀ ਦੇ ਮਨ ਵਿੱਚ ਕੁਝ ਜਾਣਨ ਦੀ ਇੱਛਾ ਸੀ। ਕਹਿੰਦੇ ਫਿਰ ਤੁਸੀਂ ਦੱਸ ਦਿਓ ਕੁਝ। ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਉਚਾਰਨ ਕੀਤਾ ਸ਼ਲੋਕ ਦੇ ਵਿੱਚ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕੱਤ। ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਜਤ ਸਤ ਦੀਆਂ ਗੰਢਾਂ ਨਾਲ ਜਿਹੜਾ ਉਹ ਵੱਟਿਆ ਹੋਵੇ। ਅੰਦਰ ਦਾ ਮਹਾਰਾਜ ਕਹਿੰਦੇ ਬਾਹਰਲੇ ਜਨੇਊ ਦੀ ਗੱਲ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੰਦਰੋਂ ਹੀ ਇੱਕ ਐਸਾ ਜਨੇਊ ਬਣਾਇਆ ਜਾਏ ਜਿਹੜਾ ਸਾਡੇ ਅੰਦਰ ਦਇਆ ਪੈਦਾ ਕਰ ਦੇਵੇ, ਜਿਹੜਾ ਸਾਡੇ ਅੰਦਰ ਸਬਰ ਪੈਦਾ ਕਰੇ, ਸੰਤੋਖ ਪੈਦਾ ਕਰੇ। ਜੇ ਇੱਦਾਂ ਦਾ ਤੇਰੇ ਕੋਲ ਜਨੇਊ ਹੈ, ਮਹਾਰਾਜ ਕਹਿੰਦੇ ਇਹ ਜਨੇਊ ਜੀ ਕਾ ਅੰਦਰਲੀ ਜਿੰਦ ਦਾ ਸਹਾਰਾ ਬਣੇਗਾ। ਇਹ ਜਨੇਊ ਜਿਹੜਾ ਬਾਹਰ ਲੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤਾਂ ਅੱਗ ਦੇ ਨਾਲ ਜਲ ਜਾਣਾ। ਤੇ ਜਿਹੜਾ ਦਇਆ ਨਿਮਰਤਾ ਸੰਤੋਖ ਸਬਰ ਇਹ ਸਾਡੀ ਜਿੰਦ ਦੇ ਕੰਮ ਆਉਣ ਵਾਲਾ ਜਨੇਊ ਹੈ। ਮਹਾਰਾਜ ਕਹਿੰਦੇ ਜੇ ਤੇਰੇ ਕੋਲ ਹੈਗਾ ਤੇ ਮੈਨੂੰ ਪਹਿਨਾ ਦੇ, ਨਾ ਇਹ ਟੁੱਟੈ ਨਾ ਮਲ ਲੱਗੈ, ਨਾ ਇਹ ਜਲੈ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ। ਮਹਾਰਾਜ ਕਹਿੰਦੇ ਐਸਾ ਜਨੇਊ ਹੈ ਪੰਡਤ ਜੀ, ਨਾ ਇਹ ਟੁੱਟਦਾ, ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਜਲਦਾ, ਨਾ ਇਹਨੂੰ ਕੋਈ ਖਤਮ ਕਰ ਸਕਦਾ। ਧਨ ਨੇ ਉਹ ਲੋਕ ਜਿਹੜੇ ਐਸਾ ਜਨੇਊ ਆਪਣੇ ਹਿਰਦੇ ਵਿੱਚ ਧਾਰਨ ਕਰਦੇ ਹੈ। ਫਿਰ ਪੁੱਛਣ ਲੱਗੇ ਪੰਡਤ ਜਿਹੜੇ ਕੁਝ ਨਾਲ ਹੋਰ ਆਏ ਹੋਏ ਸੀਗੇ, ਪੰਡਤ ਹਰਦਿਆਲ ਜੀ ਤੇ ਪਹਿਲਾਂ ਤੋਂ ਇੱਛਕ ਸੀ, ਉਹ ਜਾਣਦੇ ਸੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਨੂੰ। ਜਿਹੜੇ ਦੂਜੇ ਪੰਡਤ ਆਏ ਹੋਏ ਸੀ ਨਾਲ ਦੇ, ਉਹ ਆਪਸ ਵਿੱਚ ਗੱਲਾਂ ਕਰਨ ਲੱਗੇ। ਕਹਿੰਦੇ ਦੇਖੋ ਜੀ ਇਹ ਤੇ ਬ੍ਰਹਮਾ ਦੇ ਸਮੇਂ ਤੋਂ ਰੀਤੀ ਚੱਲਦੀ ਹੈ, ਸਨਕ ਸਨੰਦਨ ਉਹਨਾਂ ਦੇ ਪੁੱਤਰਾਂ ਨੇ ਪਹਿਨੇ ਆ, ਅਸੀਂ ਕਿਹੜਾ ਇਹਦੇ ਵਿੱਚ ਕੋਈ ਬਦਲਾਅ ਕੀਤਾ? ਇਸ ਵਾਸਤੇ ਅਸੀਂ ਤੇ ਤੁਸੀਂ ਨਾ ਪਹਿਨੇ ਹੋ ਜੇ ਅਸੀਂ ਕੁਝ ਆਪਣੇ ਕੋਲੋਂ ਕੀਤਾ ਹੋਵੇ। ਫਿਰ ਧੰਨ ਗੁਰੂ ਨਾਨਕ ਸਾਹਿਬ ਅਗਲਾ ਬਚਨ ਉਚਾਰਨ ਕੀਤਾ, ਚੌਂਕੜ ਮੁੱਲ ਅਨਾਇਆ ਬਹਿ ਚੌਕੈ ਪਾਇਆ, ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ, ਉਹ ਮੂਆ ਉਹ ਝੜ ਗਿਆ ਝੜ ਪਿਆ ਬੇਤੱਗਾ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ 4 ਕੌਡੀਆਂ ਦਾ ਧਾਗਾ ਖਰੀਦ ਕੇ ਲਿਆਉਣਾ ਤੇ ਚੌਂਕੇ 'ਤੇ ਬੈਠ ਕੇ ਇਸ ਨੂੰ ਪਾ ਦਿੰਨਾ। ਹੇ ਬ੍ਰਾਹਮਣ ਫਿਰ ਤੂੰ ਧਾਰਮਿਕ ਉਸਤਾਦ ਬਣ ਜਾਂਦਾ, ਵੀ ਤੂੰ ਇੱਕ ਧਰਮੀ ਬਣ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਫਿਰ ਕੰਨਾਂ ਵਿੱਚ ਤੂੰ ਸਿੱਖਿਆ ਦੇਣਾ, ਦੱਸਦਾ ਪਿਆ, ਪਰੰਤੂ ਜਦੋਂ ਆਦਮੀ ਮਰ ਜਾਂਦਾ ਉਹ ਮੋਆ ਉਹ ਝੜ ਪਿਆ। ਆਦਮੀ ਮਰ ਗਿਆ ਤੇ ਪਾਇਆ ਹੋਇਆ ਬਾਹਰਲਾ ਜਨੇਊ ਵੀ ਝੜ ਜਾਂਦਾ, ਅੱਗ ਵਿੱਚ ਸੜ ਕੇ ਬੇਤੱਗਾ ਗਿਆ। ਪਰ ਜਿਹੜੀ ਅੰਦਰਲੀ ਆਤਮਾ ਹੈ, ਜਿਹੜੀ ਅੰਦਰਲੀ ਜਿੰਦ ਹੈ, ਉਹ ਤੇ ਤੇਰੇ ਧਾਗੇ ਤੋਂ ਰਹਿਤ ਹੀ ਜਾਂਦੀ ਹੈ। ਮਹਾਰਾਜ ਕਹਿੰਦੇ ਉਹਨੂੰ ਉਹ ਤੇ ਤੇਰੇ ਧਾਗੇ ਨੇ ਕੋਈ ਅਸਰ ਹੀ ਨਹੀਂ ਕੀਤਾ। ਸਾਰੇ ਸੁਣ ਕੇ ਚੁੱਪ ਹੋ ਗਏ।
ਕਿਸੇ ਅੰਦਰਲੀ ਜਿੰਦ ਦੇ ਕੰਮ ਨਹੀਂ ਆਉਣਾ ਤੇਰਾ ਧਾਗਾ। ਹਾਂ, ਬਾਹਰੇ ਲੋਕਾਂ ਨੂੰ ਵਿਖਾਵੇ ਮਾਤਰ ਜਿੰਨਾ ਮਰਜ਼ੀ ਪਹਿਨਾ ਦੇ। ਫਿਰ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤਾ, ਜਦੋਂ ਮਨ ਦੀਆਂ ਇੱਛਾ ਨੂੰ ਜਾਣਨ ਬਾਰੇ ਪੁੱਛਦੇ ਪਏ ਨੇ ਪੰਡਤ ਹਰਦਿਆਲ ਜੀ ਸਵਾਲ ਕਰਿਆ ਕਰਨ, ਸਤਿਗੁਰੂ ਜੀ ਨੇ ਫਿਰ ਕਿਹਾ, ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ। ਕਹਿੰਦੇ ਬੰਦਾ ਲੱਖਾਂ ਹੀ ਚੋਰੀਆਂ ਕਰਦਾ, ਵਿਵਚਾਰ ਕਰਦਾ, ਮਾੜੇ ਕਰਮ ਕਰਦਾ, ਝੂਠ ਬੋਲਦਾ, ਮੰਦੇ ਬਚਨ ਬੋਲਦਾ, ਠੱਗੀਆਂ ਚੋਰੀਆਂ ਛਲ ਕਪਟ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਧੋਖਾ ਕਰਦਾ। ਆਖਰਕਾਰ ਤੱਗ ਕਪਾਹੋ ਕੱਤੀਐ ਬਾਹਮਣ ਵੱਟੇ ਆਏ। ਕਹਿੰਦੇ ਫਿਰ ਰੂਹ ਤੋਂ ਧਾਗਾ ਕੱਤਿਆ ਜਾਂਦਾ। ਬ੍ਰਾਹਮਣ ਜੀ ਆ ਕੇ ਇਸ ਧਾਗੇ ਨੂੰ ਵੱਟਦੇ ਨੇ। ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ। ਕਹਿੰਦੇ ਵੱਡਾ ਜੱਗ ਵੱਡਾ ਪ੍ਰੋਗਰਾਮ ਕੀਤਾ ਜਾਂਦਾ, ਬੱਕਰਾ ਰਿੰਨਿਆ ਜਾਂਦਾ, ਖਾਇਆ ਜਾਂਦਾ, ਤੇ ਸਾਰੇ ਕਹਿੰਦੇ ਹੁਣ ਧਾਗਾ ਭਾਵ ਜਨੇਊ ਪਹਿਨਾ ਦਿਓ। ਸਤਿਗੁਰੂ ਕਹਿੰਦੇ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਥੋੜ੍ਹੇ ਸਮੇਂ ਬਾਅਦ ਪੁਰਾਣਾ ਹੋ ਜਾਂਦਾ, ਧਾਗਾ ਮੈਲਾ ਹੋ ਜਾਂਦਾ ਤੇ ਉਹਨੂੰ ਸੁੱਟ ਦਿੱਤਾ ਜਾਂਦਾ, ਹੋਰ ਪਹਿਨਣ ਦੀ ਗੱਲ ਕਰਦੇ ਆ। ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜ਼ੋਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਇਸ ਧਾਗੇ ਇਸ ਜਨੇਊ ਵਿੱਚ ਕੋਈ ਤਾਕਤ ਹੋਵੇ, ਕੋਈ ਸ਼ਕਤੀ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਇਹ ਤੁਹਾਡਾ ਧਾਗਾ ਕਦੇ ਟੁੱਟੇ ਨਾ। ਪੰਡਤ ਜੀ ਸੁਣ ਕੇ ਸਾਰੇ ਹੈਰਾਨ ਹੋ ਗਏ। ਫਿਰ ਪੰਡਤ ਹਰਦਿਆਲ ਜੀ ਕਹਿੰਦੇ ਤੁਸੀਂ ਦੱਸ ਦਿਓ ਅਸੀਂ ਕਿਹੜਾ ਧਾਗਾ ਪਾਈਏ, ਕਿੱਦਾਂ ਦਾ ਜਨੇਊ ਪਾਈਏ ਜਿਹੜਾ ਸਾਨੂੰ ਮਾਣ ਸਤਿਕਾਰ ਦੇਵੇ ਦੁਨੀਆ 'ਚ। ਫਿਰ ਸਤਿਗੁਰੂ ਕਹਿੰਦੇ ਨਾਏ ਮੰਨਿਆ ਪਰਮਾਤਮਾ ਦੇ ਨਾਮ ਨੂੰ ਮੰਨਣਾ, ਪਤ ਉਪਜੈ, ਪਤ ਦਾ ਅਰਥ ਹੁੰਦਾ ਇੱਜ਼ਤ। ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦਾ ਧਾਗਾ, ਉਹਦੇ ਸਿਮਰਨ ਰੂਪੀ ਧਾਗਾ ਪਾ ਲਿਆ, ਤੁਹਾਡੀ ਇੱਜ਼ਤ ਤੁਹਾਡਾ ਮਾਣ ਸਨਮਾਨ ਹੋਏਗਾ। ਸਲਾਹੀ ਸੱਚ ਸੂਤ, ਪਰਮਾਤਮਾ ਦੀ ਸਿਫਤ ਸਲਾਹ ਹੀ ਸੱਚਾ ਧਾਗਾ ਹੈ। ਸੂਤ ਦਾ ਅਰਥ ਹੁੰਦਾ ਧਾਗਾ ਜਨੇਊ। ਕਹਿੰਦੇ ਪ੍ਰਭੂ ਦੀ ਉਸਤਤ ਕਰਨੀ ਵੀ ਸੱਚਾ ਧਾਗਾ ਹੈ। ਦਰਗਹਿ ਅੰਦਰ ਪਾਈਏ ਤੱਗ ਨਾ ਟੁੱਟ ਸਪੂਤ। ਅਜਿਹਾ ਪਵਿੱਤਰ ਧਾਗਾ ਪਰਮਾਤਮਾ ਦੇ ਦਰਗਾਹ ਵਿੱਚ, ਪਰਮਾਤਮਾ ਦੇ ਦਰ ਵਿੱਚ ਪਾਇਆ ਜਾਂਦਾ ਹੈ, ਜਿਹੜਾ ਕਦੇ ਫਿਰ ਟੁੱਟਦਾ ਨਹੀਂ ਹੈ। ਜਦੋਂ ਇੱਦਾਂ ਦੇ ਬਚਨ ਪੰਡਤ ਹਰਦਿਆਲ ਜੀ ਨੇ ਹੋਰ ਕੋਲ ਬੈਠੇ ਬ੍ਰਾਹਮਣਾਂ ਨੇ ਸੁਣੇ, ਸਾਰੇ ਹੈਰਾਨ ਹੋ ਗਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਚੁੱਪ ਹੋ ਗਏ ਸਾਰੇ ਜਣੇ। ਕਿਸੇ ਤੋਂ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਬੋਲਿਆ ਨਾ ਗਿਆ। ਆਖਰਕਾਰ ਪਿਤਾ ਕਾਲੂ ਜੀ ਨੇ ਕਿਹਾ ਲੰਗਰ ਭੋਜਨ ਤਿਆਰ ਹੋ ਗਿਆ। ਸਾਰਿਆਂ ਨੇ ਲੰਗਰ ਭੋਜਨ ਛਕਿਆ, ਬਣਦਾ ਮਾਨ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਤੇ ਚੱਲ ਗਏ ਸਨ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਪਨ ਤੋਂ ਹੀ ਉਹਨਾਂ ਨੇ ਕਹਿ ਲਈਏ ਵੀ ਸੱਚ ਦੀ ਗਾਥਾ ਸੀ ਉਹ ਆਰੰਭ ਕਰ ਦਿੱਤੀ ਸੀ। ਸੱਚ ਦਾ ਹੋਕਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਿੱਕੀ ਉਮਰ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਔਰ ਜਿਹੜੇ ਭਰਮ, ਜਿਹੜੇ ਪਖੰਡ ਲੋਕਾਂ ਵਿੱਚ ਜਿਹੜੇ ਕਰਮਕਾਂਡ ਬਣ ਕੇ ਚੱਲ ਰਹੇ ਸੀਗੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰੇ ਜ਼ੋਰ ਨਾਲ ਉਹਨਾਂ ਦਾ ਖੰਡਨ ਕੀਤਾ ਔਰ ਲੋਕਾਂ ਨੂੰ ਦੱਸਿਆ ਜੇ ਬਣਨਾ ਹੀ ਹੈ ਧਰਮੀ ਤਾਂ ਅੰਦਰੋਂ ਬਣਨਾ ਕਰੋ, ਬਾਹਰੋਂ ਧਰਮ ਦਾ ਦਿਖਾਵਾ ਨਾ ਕਰਿਆ ਕਰੋ। ਬਾਹਰਲੇ ਦਿਖਾਵੇ ਨੂੰ ਤੇ ਲੁੱਟਿਆ ਜਾਣਾ ਹੈ, ਪਰ ਜਿਹੜਾ ਬੰਦੇ ਦੇ ਅੰਦਰ ਹੋਏਗਾ ਉਹ ਨਾ ਕੋਈ ਲੁੱਟ ਸਕਦਾ, ਨਾ ਉਹਨੂੰ ਕੋਈ ਜਲਾ ਸਕਦਾ, ਨਾ ਸਾੜ ਸਕਦਾ। ਗੁਰੂ ਕਿਰਪਾ ਕਰੇ ਅਸੀਂ ਵੀ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਥੋੜ੍ਹਾ ਜਿਹਾ ਨਿਕਲ ਕੇ ਦੂਰ ਹੋਈਏ। ਕਦੇ ਕਾਸੇ ਦੀ ਵਿਚਾਰ ਕਰਦੇ ਹਾਂ, ਕਦੇ ਕਾਸੇ ਦੀ ਵਿਚਾਰ ਕਰਦੇ ਹਾਂ। ਅਸਲ ਵਿੱਚ ਬਚਨ ਸਾਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮਝ ਨਹੀਂ ਆਏ। ਸੁਣਦੇ ਬੜਾ ਬਾਣੀ ਨੂੰ, ਪੜ੍ਹਦੇ ਬੜਾ ਬਾਣੀ ਨੂੰ ਅਸੀਂ, ਪਰ ਅਜੇ ਤੱਕ ਮੰਨਿਆ ਆਪਾਂ ਵੀ ਨਹੀਂ। ਕੋਈ ਦਿਨਾਂ ਦੀ ਵਿਚਾਰ ਕਰਦਾ, ਕੋਈ ਥਿੱਤਾਂ ਦੀ ਵਿਚਾਰ ਕਰਦਾ, ਕੋਈ ਕੁਝ ਰੱਖਦਾ, ਕੋਈ ਕੁਝ ਰੱਖਦਾ। ਨਾ ਭਾਈ, ਇੱਕ ਅਕਾਲ ਪੁਰਖ ਵਾਹਿਗੁਰੂ ਦਾ ਡਰ ਭੈ ਆਪਣੇ ਅੰਦਰ ਰੱਖੀਏ ਔਰ ਅੰਦਰੋਂ ਸੱਚੇ ਸੁੱਚੇ ਹੋ ਜਾਈਏ। ਨਾ ਕਿਸੇ ਨਾਲ ਛਲ ਕਪਟ ਧੋਖਾ ਕਰੀਏ, ਫਿਰ ਮਾਲਕ ਦੇ ਘਰੋਂ ਮਾਨ ਸਨਮਾਨ ਸਾਨੂੰ ਮਿਲੇਗਾ। ਫਿਰ ਸਾਡੇ ਰਸਤੇ ਦੀ ਕੋਈ ਰੁਕਾਵਟ ਨਹੀਂ ਬਣ ਸਕਦਾ। ਗੁਰੂ ਕਿਰਪਾ ਕਰੇ। ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਬੜੇ ਪਿਆਰ ਸਤਿਕਾਰ ਨਾਲ ਜਿਹੜੇ ਗੁਰੂ ਚਰਨਾਂ ਵਿੱਚ ਰੋਜ਼ਾਨਾ ਹੀ